ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕੁਝ ਸ਼ਬਦ ਸਿਰਲੇਖ ਤੇ ਅਸ਼ਟਪਦੀ ਹੈ, ਪਰ ਉਹਦੇ ਜਿਹੜੇ ਪਦੇ ਨੇ 9 ਵੀ ਨੇ, 10 ਵੀ ਨੇ, 11 ਵੀ ਨੇ, 13 ਪਦੇ ਵੀ ਨੇ। ਇਹਦਾ ਮਤਲਬ ਇਹ ਨਹੀਂ ਕਿ ਕੋਈ ਗਲਤੀ ਨਾਲ ਹੋ ਗਿਆ, ਨਹੀਂ। ਕਈ ਸ਼ਬਦ ਦੇ ਜਿਹੜੇ ਸਿਰਲੇਖ ਚੱਲ ਰਹੇ ਨੇ, ਜਿਹੜਾ ਉਹਨਾਂ ਦਾ ਸੈਂਟਰਲ ਆਈਡੀਆ ਉਹ ਹੋ ਸਕਦਾ ਹੈ ਕਿ 11, 12, 13 ਪਦੇ ਦੇ ਵਿੱਚ ਜਾ ਕੇ ਹੀ ਮੁੱਕੇ, ਇਸ ਕਰਕੇ ਉਹ ਪਦੇ ਨੇ। ਪਰ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ, ਉਸ ਬਾਣੀ ਦੀ ਖੂਬਸੂਰਤੀ ਇਹ ਹੈ, ਜੇ ਅਸ਼ਟਪਦੀ ਹੈ ਤੇ ਫਿਰ ਅਸ਼ਟਪਦੀ ਹੀ ਹੈ, 8 ਦੇ 8 ਪਦੇ ਹੀ ਨੇ। ਸ਼ੁਰੂਆਤ ਹੈ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ। ਸਭ ਤੋਂ ਪਹਿਲਾ ਪਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋਂ। ਹੁਣ ਇਹ ਸਿਮਰਨ ਕੀ ਹੈ, ਇਹਦੇ ਬਾਰੇ ਆਪਾਂ ਵਿਚਾਰੀਏ। ਕੀ ਇਹ ਸਿਮਰਨ ਕੋਈ ਖਾਸ ਕਿਸਮ ਦੀ ਸਫਾ ਵਿਛਾ ਕੇ, ਕੋਈ ਖਾਸ ਕਿਸਮ ਦਾ ਆਸਨ ਲਾ ਕੇ ਹੈ ਕਿ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੋਈ ਖਾਸ ਕਿਸਮ ਦਾ ਅਰੇਂਜਮੈਂਟ ਕੀਤਾ ਜਾਏਗਾ ਤੇ ਤਾਂ ਇਹ ਸਿਮਰਨ ਹੋਏਗਾ, ਕਿ ਜਾਂ ਇਹ ਕੋਈ ਖਾਸ ਮੰਤਰ ਹੈ, ਸਿਰਫ ਜੇ ਉਹੀ ਮੰਤਰ ਸਾਡੇ ਕੋਲ ਹੈ ਤੇ ਤਾਈਓ ਅਸੀਂ ਸਿਮਰਨ ਕਰ ਸਕਾਂਗੇ? ਨਹੀਂ। ਪਹਿਲਾਂ ਸਿਮਰਨ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਦੇਖੀਏ, ਤੇ ਜਿੱਥੇ ਅਸੀਂ ਕੱਲ੍ਹ ਛੱਡਿਆ ਸੀ ਮੈਂ ਉੱਥੋਂ ਹੀ ਗੱਲ ਅਗਾਂਹ ਨੂੰ ਸ਼ੁਰੂ ਕਰਾਂਗਾ। ਕੱਲ੍ਹ ਜਿੱਥੇ ਗੱਲ ਛੱਡੀ ਸੀ ਉਹ ਗੱਲ ਅਸੀਂ ਛੱਡੀ ਸੀ, ਊੜੇ ਊੜ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਇਹ ਜਿਹੜਾ ਮਨ ਮਹਿ ਸਿਮਰਨ ਕਰਿਆ ਹੈ ਨਾ, ਇਹਨੂੰ ਸਮਝੀਏ। ਇਹ ਸਿਮਰਨ ਕਿਸੇ ਖਾਸ ਲਫ਼ਜ਼ਾਂ ਦਾ ਮੁਹਤਾਜ ਨਹੀਂ ਹੈ। ਮਸਕੀਨ ਜੀ ਤੇ ਅਕਸਰ ਇਹ ਗੱਲ ਕਰਦੇ ਸੀ ਕਿ ਮਾਂ ਜਦ ਆਪਣੀ ਔਲਾਦ ਨੂੰ ਯਾਦ ਕਰਦੀ ਹੈ ਕਿ ਮਾਂ ਨੂੰ ਕਦੀ ਢੋਲਕੀ ਛੈਣੇ ਖੜਕਾਉਣੇ ਪੈਂਦੇ ਆ ਆਪਣੇ ਪੁੱਤਰਾਂ ਆਪਣੀਆਂ ਧੀਆਂ ਨੂੰ ਯਾਦ ਕਰਨ ਲਈ, ਕਿ ਕੋਈ ਖਾਸ ਕਿਸਮ ਦਾ ਕੋਈ ਪਰਪੰਚ ਜਾਂ ਇੰਤਜ਼ਾਮ ਕਰਨਾ ਪੈਂਦਾ? ਨਹੀਂ। ਉਹ ਯਾਦ ਉਹਦੇ ਮਨ ਦੇ ਅੰਦਰ ਚਿੰਤਨ ਦੇ ਵਿੱਚ ਹੈ, ਡੂੰਘੀ ਪਈ ਹੋਈ ਹੈ, ਔਰ ਕੋਈ ਕੱਢ ਨਹੀਂ ਸਕਦਾ ਉਹ ਯਾਦ। ਉਹ ਬਿਲਕੁਲ ਡੂੰਘੀ ਪਈ ਹੋਈ ਹੈ ਔਰ ਉਹ ਸਦਾ ਹੀ ਹੈ, ਸਦਾ ਹੀ ਰਹਿਣ ਵਾਲੀ ਹੈ। ਅਸਲ ਦੇ ਵਿੱਚ ਪ੍ਰਭੂ ਦਾ ਸਿਮਰਨ ਇਹ ਹੈ। ਜਿਸ ਤਰ੍ਹਾਂ ਹੁਣ ਇਹ ਸਾਰਾ ਕੁਝ ਕੁਆਰੰਟਾਈਨ ਹੋਇਆ ਤੇ ਮੁੰਬਈ ਦੇ ਵਿੱਚ ਵੀ ਕਿੰਨੇ ਤਰ੍ਹਾਂ ਦੇ ਪ੍ਰਵਾਸੀ ਪੰਛੀ ਆਏ ਨੇ, ਜਾਂ ਸਾਡੇ ਪੰਜਾਬ ਦੇ ਵਿੱਚ ਹਰੀਕੇ ਤੇ ਕਿੰਨੇ ਪ੍ਰਵਾਸੀ ਪੰਛੀ ਆਏ ਹੋਏ ਨੇ। ਪੰਜਾਬ ਦੇ ਵਿੱਚ ਮੈਂ ਕਈ ਨਵੀਂ ਤਰ੍ਹਾਂ ਦੇ ਮੈਂ ਪੰਛੀਆਂ ਨੂੰ ਵੇਖ ਰਿਹਾ। ਉੱਥੇ ਗੁਰੂ ਸਾਹਿਬ ਜ਼ਿਕਰ ਕਰਦੇ ਕਿ ਜਿਸ ਵੇਲੇ ਪ੍ਰਵਾਸੀ ਪੰਛੀ ਆਉਂਦੇ ਹੈ, ਊੜੇ ਊੜ ਆਵੈ ਸੈ ਕੋਸਾਂ, ਹਜ਼ਾਰਾਂ, ਸੈ ਕਹਿੰਦੇ ਹਜ਼ਾਰਾਂ, ਸਹਸ ਜਿਹਨੂੰ ਕਿਹਾ, ਕਈ ਸੌ ਕਈ ਹਜ਼ਾਰ ਕੌਂਸ ਤੋਂ ਤੁਰ ਕੇ ਆਉਂਦੇ ਹੈ। ਤਿਸ ਪਾਛੇ ਬਛਰੇ ਛਰਿਆ, ਉਹ ਜਿਹੜੀ ਮਾਂ ਪੰਛੀ ਹੁੰਦੀ ਹੈ, ਮਾਦਾ ਪੰਛੀ ਕੂੰਜਾਂ ਹੁੰਦੀਆਂ ਨੇ, ਉਹ ਆਪਣੇ ਬੱਚਿਆਂ ਨੂੰ ਕਿੰਨੇ ਕੁ ਪਿੱਛੇ ਛੱਡ ਕੇ ਆਉਂਦੀ ਹੈ। ਪਰ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਿਹੜੇ ਬੱਚੇ ਅਸੀਂ ਦਿੱਤੇ ਹੈ, ਜਿਹੜੇ ਸਾਡੇ ਬੱਚੇ ਅਸੀਂ ਦੇ ਕੇ ਆਈਆਂ ਨੇ ਮਾਦਾ ਪੰਛੀ, ਕਿ ਉਹਨਾਂ ਨੂੰ ਖਿਲਾਉਣ ਵਾਲਾ ਕੌਣ ਹੈ, ਉਹਨਾਂ ਨੂੰ ਬਚਾਉਣ ਵਾਲਾ ਕੌਣ ਹੈ। ਇਹ ਸਿਮਰਨ ਹੈ। ਉਹ ਹਜ਼ਾਰਾਂ ਕਿਲੋਮੀਟਰਸ ਦੂਰ ਆਪਣੇ ਮੂੰਹ ਦੇ ਅੰਦਰ ਦਾਣਾ ਭਰਦੀਆਂ ਨੇ ਉਹ ਮਾਦਾ ਪੰਛੀ, ਔਰ ਆਪਣੇ ਬੱਚਿਆਂ ਨੂੰ ਸੋਚਦੀਆਂ ਨੇ, ਆਪਣੇ ਬੱਚੇ ਦਾ ਚੇਤਾ ਕਰਦੀਆਂ ਨੇ। ਔਰ ਕਮਾਲ ਦੀ ਕੁਦਰਤ ਹੈ ਉਸ ਕਰਤੇ ਪੁਰਖ ਵਾਹਿਗੁਰੂ ਦੀ ਕਿ ਮਾਦਾ ਪੰਛੀ ਆਪਣੇ ਮੂੰਹ ਦੇ ਵਿੱਚ ਦਾਣਾ ਪਾਉਂਦੀ ਹੈ, ਸੋਚਦੀ ਆਪਣੇ ਬੱਚਿਆਂ ਬਾਰੇ ਹੈ, ਦਾਣਾ ਉਹ ਨਿਗਲਦੀ ਹੈ, ਪਰ ਉਸ ਦਾਣੇ ਦੀ ਖੁਰਾਕ ਦਾ ਅਸਰ ਉਹ 1000 ਮੀਲ ਦੂਰ ਉਹਨਾਂ ਦੇ ਜਿਹੜੇ ਬੱਚੇ ਆਲਣਿਆਂ ਵਿੱਚ ਛੱਡ ਕੇ ਆਈ ਹੈ ਉਹ ਮਾਦਾ ਪੰਛੀ, ਉਹਨਾਂ ਨੂੰ ਉਹਦਾ ਅਸਰ ਮਿਲ ਜਾਂਦਾ ਹੈ। ਉਹਨਾਂ ਦੀ ਇਹ ਸੁਣਨ ਨੂੰ ਬੜੀ ਅਤਕਥਨੀ ਜੀ ਗੱਲ ਹੈ, ਪਰ ਝੂਠ ਨਹੀਂ ਹੈ, ਇਹ ਸੱਚ ਹੈ। ਇਸੇ ਤਰ੍ਹਾਂ ਅਸੀਂ ਚਿਤ ਚੇਤਸ ਕੀਨਾ ਦਿਆਲ ਦਮੋਦਰ ਬਿਬਹਿ ਨਾ ਜਾਨਸ ਕੋਏ, ਜੇ ਧਾਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਕਰਨ ਵਾਲਾ ਕਰਤਾ ਇੰਨਾ ਅਸੀਮ ਹੈ ਜਿਹਨੂੰ ਸਮਝਿਆ ਨਹੀਂ ਜਾ ਸਕਦਾ। ਸਾਡਾ ਮੈਡਕ ਮਨ, ਖੂਹ ਦੇ ਡੱਡੂ ਵਾਲਾ ਮਨ ਇਸ ਸਮੁੰਦਰ ਸੰਸਾਰ ਨੂੰ ਨਹੀਂ ਜਾਣ ਸਕਦਾ। ਉਹਦੇ ਲਈ ਖੂਹ ਹੀ ਉਹਦਾ ਸੰਸਾਰ ਹੈ। ਸਾਨੂੰ ਇਹ ਸੁਣਨ ਨੂੰ ਬੜੀ ਅਜੀਬ ਗੱਲ ਲੱਗੇਗੀ, ਪਰ ਇਹ ਸੱਚ ਵਰਤਦਾ ਹੈ, ਇਹ ਬਿਲਕੁਲ ਸੱਚ ਹੈ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਕੋਈ ਝੂਠ ਨਹੀਂ ਹੈ। ਇਹ ਬਿਲਕੁਲ ਸਿਮਰਨ ਇਹ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਹਜ਼ਾਰਾਂ ਮੀਲ ਦੂਰ ਬੈਠੀ ਵੀ ਉਹ ਦਾਣਾ ਚੁਗਦੀ ਹੈ ਤੇ ਆਪਣੇ ਬੱਚਿਆਂ ਨੂੰ ਉਹਦੀ ਖੁਰਾਕ ਮਿਲ ਜਾਂਦੀ ਹੈ। ਇਹਨੂੰ ਸਮਝੋ ਕਿਵੇਂ ਸਿਮਰਨ ਹੈ। ਅੱਛਾ, ਜੇ ਇਹ ਗੱਲ ਨਹੀਂ ਸਮਝ ਆਈ, ਇੱਕ ਉਦਾਹਰਣ ਮੈਂ ਭਗਤ ਜੀ ਦਾ ਹੋਰ ਲੈਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਆਸ ਹੈ ਕਿ ਆਪ ਸੰਗਤ ਉਹਨੂੰ ਪਕੜੋਗੇ। ਉਹ ਉਦਾਹਰਣ ਹੈ, ਆਨੀਲੇ ਕਾਗਦ ਕਾਟੀਲੇ ਗੂਢੀ ਆਕਾਸ਼ ਮੱਧੇ ਭਰਮੀਅਲੇ।
ਆਨੀਲੇ ਕਾਗਦ ਕਾਟੀਲੇ ਗੂਡੀ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਇੱਕ ਬੱਚਾ ਕਾਗਜ਼ ਨੂੰ, ਤਿੰਕਿਆਂ ਨੂੰ, ਤੀਲਿਆਂ ਨੂੰ ਜੋੜ ਕੇ ਇੱਕ ਪਤੰਗ ਬਣਾਉਂਦਾ ਹੈ, ਆਕਾਸ਼ ਦੇ ਵਿੱਚ ਛੱਡ ਦਿੰਦਾ, ਉਡਾ ਦਿੰਦਾ, ਆਕਾਸ਼ ਮੱਧੇ ਭਰਮੀ ਵਾਲੇ। ਉਹ ਆਪਣੇ ਦੋਸਤਾਂ ਯਾਰਾਂ ਨਾਲ ਖੜਿਆ ਹੈ, ਜਦ ਉਹਦੀ ਪਤੰਗ ਹਵਾ ਦੇ ਵਿੱਚ ਚਲੀ ਗਈ ਨਾ, ਗੁੱਡੀ ਹਵਾ ਦੇ ਵਿੱਚ ਚਲੀ ਗਈ, ਫਿਰ ਉਹਨੂੰ ਲਗਾਤਾਰ ਵੇਖਣ ਦੀ ਲੋੜ ਨਹੀਂ ਹੁੰਦੀ। ਫਿਰ ਉਹ ਬਸ ਮਾੜੇ ਮਾੜੇ ਤੁਨਕੇ ਮਾਰ ਦਿੰਦਾ ਉਸ ਮਾਂਜੇ ਨੂੰ, ਉਸ ਧਾਗੇ ਨੂੰ, ਉਸ ਡੋਰ ਨੂੰ, ਜਿਹੜੀ ਉਹ ਉਸ ਪਤੰਗ ਨਾਲ ਜੁੜੀ ਹੋਈ ਹੈ। ਅਤੇ ਇੱਥੇ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਵੀ ਕਰਦਾ। ਮਹਾਰਾਜ ਕਹਿੰਦੇ ਸਿਮਰਨ ਇਹ ਹੈ, ਸਿੱਖ ਜਗਤ ਦੇ ਵਿੱਚ ਤੁਹਾਨੂੰ ਜੰਗਮ ਹੋਣ ਦੇ ਲਈ ਕਦੀ ਨਹੀਂ ਪ੍ਰੇਰਿਆ ਜਾਂਦਾ, ਤੁਹਾਨੂੰ ਜੋਗੀ ਹੋਣ ਲਈ ਕਦੀ ਪ੍ਰੇਰਿਆ ਨਹੀਂ ਜਾਂਦਾ। ਤੁਹਾਨੂੰ ਗੁਰੂ ਅਰਜੁਨ ਸਾਹਿਬ ਇਹ ਨਹੀਂ ਕਹਿ ਰਹੇ ਸਿਮਰੋ ਸਿਮਰ ਸਿਮਰ ਸੁਖ ਪਾਓ। ਲੈ, ਗੁਰੂ ਅਰਜੁਨ ਸਾਹਿਬ ਕਹਿੰਦੇ ਸਿਮਰਨ ਕਰੋ, ਮੈਂ ਸਭ ਕੁਝ ਤਿਆਗ ਰਿਹਾ, ਮੈਂ ਸਭ ਕੁਝ ਤਿਆਗ ਕੇ ਜਾ ਰਿਹਾ, ਮੈਂ ਆਪਣਾ ਪਰਿਵਾਰ ਤਿਆਗ ਰਿਹਾ, ਮੈਂ ਆਪਣਾ ਕਾਰੋਬਾਰ ਤਿਆਗ ਰਿਹਾ, ਮੈਂ ਇਹ ਵੀ ਨਹੀਂ ਕਰਨਾ, ਮੇਰੇ ਪਾਪਾ ਦੀ ਫੈਕਟਰੀ ਹੈ, ਮੈਂ ਕੰਮ ਨਹੀਂ ਕਰਨਾ, ਮੇਰੇ ਫਾਦਰ ਕੁਝ ਕਹਿੰਦੇ ਆ, ਮੈਂ ਉਹ ਵੀ ਨਹੀਂ ਕਰਨਾ। ਇਹ ਨਹੀਂ ਕਹਿ ਰਹੇ, ਇਹ ਤਾਂ ਬੇਵਕੂਫੀ ਹੈ, ਇਹ ਮਹਾ ਬੇਵਕੂਫੀ ਹੈ। ਸਿੱਖ ਕਹਾਉਣ ਦੇ ਅਸੀਂ ਲਖਾਇਕ ਨਹੀਂ ਹੈਗੇ ਹਾਂ ਜੇ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਜਾਈਏ। ਜਿਸ ਤਰ੍ਹਾਂ ਬੱਚਾ ਗੂਡੀ ਉਡਾ ਰਿਹਾ, ਅਸਮਾਨ ਦੇ ਵਿੱਚ ਗੂਡੀ ਚੜ੍ਹ ਗਈ ਹੈ, ਆਪਣੇ 5 ਦੋਸਤਾਂ ਨਾਲ ਗੱਲਾਂ ਕਰ ਰਿਹਾ, ਅਤੇ ਥੋੜ੍ਹੀ ਦੇਰ ਬਾਅਦ ਜਦ ਦੇਖਦਾ ਗੁੱਡੀ ਥੱਲੇ ਡਿੱਗਦੀ ਹੈ ਅਤੇ ਉਹਨੂੰ ਤੁਨਕਾ ਮਾਰ ਦਿੰਦਾ। ਇਹ ਸਿਮਰਨ ਹੈ। ਦੇਖੋ, ਸਿਮਰਨ ਦੀ ਅਵਸਥਾ ਨੂੰ ਅਸੀਂ ਭਾਵੇਂ 5-10 ਦਿਨ ਵੀ ਬੈਠੀਏ ਰਹੀਏ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਮਰਨ ਕੀ ਹੈ, ਚੇਤਾ ਕੀ ਹੈ, ਉਹ ਇੰਨਾ ਵਿਸ਼ਾਲ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਹੁਤ ਵਿਸ਼ਾਲ ਪਿਆ ਹੋਇਆ। ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮੱਧੇ ਭਰਮੀਲੇ, ਪੰਚ ਜਨਾਸਿਓ ਬਾਤ ਬਤੂਆ, ਚੀਤ ਸੋ ਡੋਰੀ ਰਾਖੀ ਅਲੇ। ਗੁਰੂ ਕੇ ਸਿੱਖਾ, ਤੂੰ ਸਵੇਰੇ ਉੱਠ ਕੇ ਆਪਣਾ ਨੇਮ ਨਿਭਾ। ਜਿਸ ਵੇਲੇ ਤੂੰ ਰੱਬ ਰੱਬ ਕਰੇਗਾ, ਸਵੇਰੇ ਉੱਠ ਕੇ ਆਪਣਾ ਨੇਮ ਨਿਭਾਏਗਾ, ਤੂੰ ਸਮਝੀ ਕਿ ਤੇਰੀ ਜਿਹੜੀ ਗੁੱਡੀ ਹੈ ਨਾ, ਤੇਰੀ ਸੁਰਤ ਦੀ ਗੁੱਡੀ ਹੈ, ਉਹ ਰੱਬ ਦੇ ਅਸਮਾਨ 'ਚ ਚੜ੍ਹ ਗਈ ਹੈ। ਹੁਣ ਪੰਜ ਜਨਾਸਿਓ ਬਾਤ ਬਤਊਆ, ਪੰਜ ਦਾ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਸਾਰਾ ਦਿਨ ਇਹਨਾਂ ਨਾਲ ਗੱਲਾਂ ਕਰ। ਪੰਜ ਜਨਾਸਿਓ ਬਾਤ ਬਤਊਆ, ਸਾਰੇ ਕਾਰਜ ਕਰੀ ਜਾ, ਆਪਣੇ ਕਾਰ ਵਿਹਾਰ ਕਰੀ ਜਾ, ਆਪਣੇ ਧੰਦੇ ਕਰੀ ਜਾ, ਆਪਣੀ ਲੇਵਾ ਦੇਵੀ ਕਰੀ ਜਾ। ਗੁਰੂ ਸਾਹਿਬ ਕੋਈ ਨਹੀਂ ਮਨਾ ਕਰਦੇ। ਤੂੰ ਸੁਕ੍ਰਿਤ ਕਰਕੇ ਕਿਰਤ ਵਿਰਤ ਕਰ, ਧਰਮ ਕੀ ਹੱਥੋਂ ਦੇ ਕੇ ਭਲਾ ਮਨਾਵੇ, ਪਰ ਚੀਤ ਸੋ ਡੋਰੀ ਰਾਖੀ ਅਲੇ। ਤੈਨੂੰ ਥੋੜ੍ਹੇ ਚਿਰ ਬਾਅਦ ਯਾਦ ਆਏ ਕਿ ਮੈਨੂੰ ਪ੍ਰਭੂ ਦੇ ਨਾਮ ਦੀ ਡੋਰੀ ਦਾ ਤੁਨਕਾ ਵੀ ਮਾਰਨਾ, ਕਿੱਥੇ ਵਾਹਿਗੁਰੂ ਵੀ ਬੋਲਣਾ, ਰੱਬ ਰੱਬ ਵੀ ਕਰਨਾ, ਉਹਦਾ ਸ਼ੁਕਰਾਨਾ ਵੀ ਕਰਨਾ, ਉਹਨੂੰ ਚੇਤੇ ਵੀ ਕਰਨਾ। ਇਹ ਹੈ ਚੀਤ ਸੋ ਡੋਰੀ ਰਾਖੀ ਅਲੇ। ਇਹ ਹੈ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਇਹ ਸਿਮਰਨ ਦੀ ਅਵਸਥਾ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਪਰ ਜਿਹਨੂੰ ਹੋ ਜਾਂਦੀ ਹੈ ਫਿਰ ਉਹ ਉਸ ਤੋਂ ਸਿਮਰਨ ਖੋਇਆ ਨਹੀਂ ਜਾ ਸਕਦਾ। ਫਿਰ ਉਹਦੇ ਲਈ ਇਹ ਨਹੀਂ ਕਿ ਸਫਾ ਵਿਛਾ ਕੇ ਕੋਈ ਉਹ ਚੋਕੜਾ ਖਾਸ ਕਿਸਮ ਦਾ ਮਾਰੇ ਅਤੇ ਉਹ ਫਿਰ ਰੱਬ, ਉਹ ਵੀ ਕਰਨਾ ਜ਼ਰੂਰੀ ਹੈ। ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ, ਇੱਕ ਦੂਜੀ ਭੋ ਲੱਖ ਹੋਏ। ਜਿਹੜਾ ਅਸੀਂ ਹੁਣ ਅੱਜ ਕੱਲ੍ਹ ਸਿਮਰਨ ਨੂੰ ਨਿੰਦਣਾ ਸ਼ੁਰੂ ਕਰ ਰਹੇ ਹਾਂ ਨਾ, ਮੈਂ ਇੱਕ ਗੱਲ ਸੁਖਮਨੀ ਸਾਹਿਬ ਦੀ ਸਪਸ਼ਟ ਕਰੇਗੀ ਸਾਨੂੰ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ। ਅਸੀਂ ਜਿਹੜਾ ਨਿੰਦਣ ਲੱਗ ਗਏ, ਲਾ ਜੀ ਇਹ ਤਾਂ ਤੋਤਾ ਰਟਨ ਹੈ। ਠੀਕ ਹੈ, ਫਿਰ ਤੋਤਾ ਰਟਨ ਹੈ ਅਤੇ ਫਿਰ ਤੋਤਾ ਰਟਨ ਹੀ ਹੈ। ਮੈਂ ਪਿੱਛੇ ਵੀ ਜ਼ਿਕਰ ਕੀਤੀ ਸੀ, ਕਈ ਗੱਲਾਂ ਅਸੀਂ ਸਾਰੀ ਜ਼ਿੰਦਗੀ ਕਰਦੇ ਹਾਂ, ਉਹ ਅਸੀਂ ਕਦੀ ਨਹੀਂ ਕਹਿੰਦੇ ਕਿ ਇਹ ਤੋਤਾ ਰਟਨ ਹੈ। ਇੱਕ ਪੁੱਤਰ ਆਪਣੇ ਪਾਪਾ ਨੂੰ ਨਿੱਤ ਹੀ ਪਾਪਾ ਬੋਲਦਾ ਉੱਠ ਕੇ, ਅਸੀਂ ਉਹ ਕਦੀ ਕਹਿੰਦੇ ਨਹੀਂ ਤੋਤਾ ਰਟਨ ਹੈ। ਹਰ ਚੀਜ਼ ਰਿਪੀਟੀਸ਼ਨ ਦੇ ਵਿੱਚ ਹੈ ਮੇਰੇ ਪਿਆਰਿਓ, ਮੇਰੇ ਗੁਰੂ ਕੇ ਸਿੱਖੋ। ਇਹ ਸਾਡੀ ਰਗਾਂ ਦੇ ਵਿੱਚ ਖੂਨ ਦੌੜ ਰਿਹਾ, ਇਹ ਰਿਪੀਟੀਸ਼ਨ ਦੇ ਵਿੱਚ ਹੈ। ਇਹ ਰੁਕ ਜਾਏ ਤਾਂ ਫਿਰ ਸੰਸਾਰ ਖਤਮ ਸਾਡਾ। ਇਹ ਧਰਤੀ ਘੁੰਮ ਰਹੀ ਹੈ, ਰਿਪੀਟੀਸ਼ਨ ਦੇ ਵਿੱਚ ਹੈ। ਅਸੀਂ ਭੋਜਨ ਖਾ ਰਹੇ ਹਾਂ 4 ਘੰਟਿਆਂ ਬਾਅਦ, ਰਿਪੀਟੀਸ਼ਨ 'ਚ ਹੈ। ਸਭ ਤੋਂ ਵੱਡੀ ਰਿਪੀਟੀਸ਼ਨ ਜਿਹੜੀ ਹੈ, ਅਸੀਂ ਬਰੀਦਿੰਗ ਕਰ ਰਹੇ ਹਾਂ, ਲਗਾਤਾਰ ਰਿਪੀਟੀਸ਼ਨ ਕਰ ਰਹੇ ਹਾਂ, ਕਿਉਂਕਿ ਜਿੱਥੇ ਰਿਪੀਟੀਸ਼ਨ ਹੈ ਉੱਥੇ ਹੀ ਜੀਵਨ ਹੈ, ਉੱਥੇ ਹੀ ਮਨੁੱਖ ਦਾ ਸੰਸਾਰ ਚੱਲ ਰਿਹਾ, ਜਿੱਥੇ ਰਿਪੀਟੀਸ਼ਨ ਹੈ। ਇਹਨੂੰ ਕਿਹਾ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਜਿਸ ਤਰ੍ਹਾਂ ਸੁਨਿਆਰੇ ਦਾ ਮਨ ਆਪਣੀ ਹੱਟੀ ਵਿੱਚ ਹੁੰਦਾ, ਉਹ ਨਾਲ ਸੋਨਾ ਵੀ ਬਣਾਇਆ ਜਾਂਦਾ, ਉਹ ਧੂਕਣੀ ਵੀ ਮਾਰੀ ਜਾਂਦਾ, ਅਤੇ ਨਾਲ ਗਾਹਕਾਂ ਨੂੰ ਵੀ ਵੇਖੀ ਜਾਂਦਾ। ਭਾਵੇਂ ਉਹਦੀ ਦੁਕਾਨ 'ਚ 100 ਗਾਹਕ ਬੈਠਿਆ ਹੋਏ, ਪਰ ਸੁਨਾਰੇ ਦੀ ਸੁਰਤ ਦੇ ਵਿੱਚ ਹੁੰਦਾ, ਮੈਂ ਫਲਾਣੇ ਨੂੰ ਕਿਹੜੀ ਮੁੰਦਰੀਆਂ ਦਿਖਾ ਰਿਹਾ, ਮੈਂ ਫਲਾਣੇ ਨੂੰ ਕਿਹੜੇ ਈਅਰਿੰਗਸ ਦਿਖਾ ਰਿਹਾ, ਮੈਂ ਉਹਨੂੰ ਕਿਹੜੇ ਗਹਿਣੇ ਦਿਖਾਏ। ਇਸ ਡੱਬੇ ਦੇ ਵਿੱਚ ਕਿੰਨੀਆਂ 25 ਮੁੰਦਰੀਆਂ ਸਨ, 24 ਤੇ ਨਹੀਂ ਹੋ ਗਈਆਂ, ਕੁਝ ਘੱਟ ਤੇ ਨਹੀਂ ਗਿਆ। ਉਹ ਇੰਨੀ ਸੁਰਤ ਦੇ ਵਿੱਚ ਕੰਮ ਉਹ ਨਾਲ ਆਪਣਾ ਵੀ ਕਰੀ ਜਾ ਰਿਹਾ, ਸਾਰਾ ਕੁਝ ਦੇਖੀ ਜਾ ਰਿਹਾ। ਗੁਰੂ ਸਾਹਿਬ ਨੇ ਉਦਾਹਰਣ ਲਿਆ, ਜਿਸ ਤਰ੍ਹਾਂ ਸੁਨਿਆਰੇ ਦਾ ਮਨ ਸੋਨੇ ਵਿੱਚ ਹੈ,
इस तरह सिख दा मन इस गुरु की जिहड़ी बेशकीमती बाणी है, बेशकीमती चेता है, सिमरन है, इहदे विच होना ज़रूरी है। मन रामनामा बेदी अले जैसे कनक कलाचित मांडी अले। होर सुनो उदाहरण सिमरन की है। अगे कहंदे सतगुरु जी की बाणी की देखो कमाल की उदाहरण है। मन रामनामा बेदी अले जैसे कनक कलाचित मांडी अले। आनी ले कुंभ भराई ले उदक। उदक कहंदे घड़ा मटका। पुराने समय च सवाणियाँ घड़ा भरन लई बड़ी दूर दूर खूह च जांदियां सन। घर च पानी के प्रबंध नहीं सी, हुण ते साडी पाइपलाइन है, सब कुछ घर दे विच मिलदा है। पर पुराने समय दे विच आनी ले कागद काटी ले गूडी पहला उदाहरण, फिर आनी ले कुंभ भराई ले ओदक राजकुमार पुरंदरीए। औरतां अपने सिर ते 3-3 4-4 घड़े रखदियां सी, पानी भर के लियाउंदियां सी। उन्हां नूं ये भी फिक्र हुंदी सी कि ये घड़ा सिरों तिलकना नहीं चाहिए, डिगना नहीं चाहिए। पर वो तुरदे तुरदे अपनी सहेलियां नाल गल्लां बातां भी करदियां सी ते वो घड़े दे विच ध्यान रखदियां सी। आनी ले कुंभ भराई ले ओदक राजकुमार पुरंदरीए। हस्त विनोद विचार करती है चीत सो गागर राखी हले। पर वो पानी की गागर नहीं डिगण देंदियां सी। गुरु के सिखा तैनूं हसन मखौल करन नूं, तैनूं कुद्दण नूं, तैनूं मौज लैण नूं कौन मना करता है? गुरु नानक साहब ने तो कदी नहीं मना किया कि तू सन्यासी हो जा, कदी नहीं किया कि तू बिल्कुल विरागमई हो जा। तू सब कुछ कर। साच नाम मेरा मन लागा लोगन स्यों मेरा ठाठा बागा। ठाठा बागा रखण नूं गुरु साहब बाणी च कहिंदे। असीं समझीए इस गल नूं। ये नहीं कि लै जी असीं ते हुण उच्चा नहीं, असीं ते किसी नूं बुलाउणा नहीं, असीं हुण वखरे हो गए। ना जी ना। हाँ, बंदिश होनी चाहिए एक सिख दी, उन्होंने उहदी जिम्मेवारियां पता होनी चाहिए, क्योंकि सिख दे विचों गुरु दा अक्स दिसदा है। दुनिया दे लोग कल नूं असीं सिख बनदे हां जे सच्चे, जे सिख हाँ, दुनिया दे लोग फिर सानूं नहीं वेखणगे, वो साडे विचों साडे गुरु नूं वेखणगे, फिर वो कहणगे लै वड्डा सिख आया। ये साडा फर्ज है। बंदे बंदगी इख्तियार साहिब रोज़ धरों के प्यार। पर इहदे विच असीं फर्ज निभावांगे, समझांगे। सुखमनी साहब की बाणी दे पड़ा दर पड़ा अष्टपदियाँ ये गल समझाती जाएगी। सिर्फ ये 2-3 दिन मैं आप संगतां दा वध समा लाँगा, क्योंकि सिमरन ये ते सुख, ये दो बाणियाँ इहदे दुआले है। एक सिमरन ते दूसरा सुख। बाणी का नाम भी सुखमनी है, जिहड़ा मन नूं सुख देण वाला। ते मन नूं सुख सिमरन चेते तो बिना मिल नहीं सकता। मूल विशा है इस बाणी दे ये दो, सिमरन ते सुख। अज सिमरन नूं विचारीए। आनी ले कुंभ भराई ले ओदक राजकुमार पुरंदरीए। हस्त विनोद विचार करती है चीत सो गागर राखिए ले। अगे कीता मंदिर एक द्वार दस जाके गऊ चरावन छाड़िए ले। 5 कोस पर गऊ चरावत चीत सो बछड़ा राखिए ले। समझ अर्थ बिल्कुल ब्रिज भाषा का हिंदी बोली का शब्द है भगत जी का, कि ये जिस तरह एक तबेले दे 10 दरवाजे ने, गां नूं किसी पहले दरवाजे तो बाहर लै जाओ तो बच्छे नूं 10वें दरवाजे तो लै जाओ बाहर। गां नूं 5 कोस ते दूर चरावण वास्ते छड्ड दो तो बच्छे नूं होर 10 कोस दूर छड्ड दो। पर माँ गां नूं जिन्नी मर्जी तुसी दूर लै जाओ, पशु बिरती भी ये है कि वो शाम नूं अपने बच्चे कोल औड़ जाएगी, पहुँच जाएगी। ये चेता है। गुरु का सिख जिथे मर्जियां उडारियां मारे, जेड़ा मर्जी उहदा कारोबार होए, लंमियां उडारियां होण, वो हर तरह का लोगन स्यों मेरा ठाठा बागा मुखी बात सगल स्यों करता, पर जी अपना प्रभु स्यों तरता, ओहदा प्रभु वल। पर उस समय जिस समय बंदगी इबादत का नियत है, अमृत वेला सोदर ते सोहेला, गुरु के सुख की सुरत वापस आ जानी चाहिए। मंदिर एक द्वार दस जाके गऊ चरावन छाड़ी अले। 5 कोस पर गऊ चरावत चीत सो बछड़ा राखी अले। ये सिमरन है। कहत नामदेव सुनो त्रिलोचन बालक पालन पौड़ी अले। अंतर बाहर काज विरोधी चीत सो बारक राखी अले। एक माँ जिदा बच्चा होया थोड़े चिर पहला, वो अपने बच्चे नूं घर दे पंगूड़े दे विच, असीं झूला कहंदे आ शहरी लोग, पंगूड़े पंजाबी अपने पंजाब च पंगूड़ा लफ्ज़ वरतिया जाता है। असल दे विच पुराने समय च तुसीं देखिया होएगा बड़े वड्डे वड्डे मंजे हुंदे सी, एडे एडे लंबे पाए हुंदे सी, ते मंजियां दे पाए दे नाल कपड़े दा पंगूड़ा बनाता जांदा सी। एक पाए तो कपड़ा इत्थों बनिया ते दूसरा कपड़ा उत्थे बनिया, उस कपड़े दे विच बच्चे नूं पा दिता जांदा सी। उहनूं कहंदे पौड़ी अले। किन्ने कमाल दे बचन ने।
ਆ ਦੇਖੋ ਹੁਣ ਬਾਣੀ ਨੂੰ ਨਾਲ ਨਾਲ ਵਿਚਾਰਦੇ ਕਈ ਭਾਖਾਵਾਂ ਦਾ ਤੇ ਕਈ ਲਫ਼ਜ਼ਾਂ ਦਾ ਗਿਆਨ ਹੋਏਗਾ। ਕੱਲ ਵੀ ਜ਼ਿਕਰ ਕੀਤਾ ਸੀ, ਸਾਡੀ ਪੇਂਡੂ ਪੰਜਾਬੀ ਦਾ ਅਸੀਂ ਆਪਣੇ ਆਪ ਨਾਲ ਬਹੁਤ ਰੂਬਰੂ ਕਰਾਂਗੇ। ਇਹਨੂੰ ਕਿਆ ਕਹਿਤ ਨਾਮਦੇਵ ਸੁਣੋ ਤ੍ਰਿਲੋਚਨ ਬਾਲਕ ਪਾਲਨ ਪੌੜੀ ਹਲੇ ਅੰਤਰ ਬਾਹਰ ਕਾਜ ਵਿਰੂਤੀ ਚੀਤ ਸੁਬਾਰਕ ਰਾਖੀ ਹਲੇ। ਮਾਂ ਆਪਣੇ ਬੱਚੇ ਨੂੰ ਪੌੜੀ ਅਲੀ ਦੇ ਵਿੱਚ ਪਾ ਕੇ ਕਦੀ ਝਾੜੂ ਪੋਚਾ ਕਰਦੀ ਹੈ, ਕਦੀ ਘਰ ਦੀ ਡਸਟਿੰਗ ਕਰਦੀ ਹੈ, ਭੋਜਨ ਬਣਾਉਂਦੀ ਹੈ, ਰੋਟੀ ਪਕਾਉਂਦੀ ਹੈ, ਅੱਗੇ ਬਾਹਰ ਦੇਖਦੀ ਹੈ, ਹਾਰ ਸ਼ਿੰਗਾਰ ਕਰਦੀ ਹੈ, ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਂਦਾ ਹੈ, ਕੋਈ ਉਹਦੀ ਵੀ ਸੇਵਾ ਕਰਦੀ ਹੈ। ਉਹ ਸਾਰਾ ਕੁਝ ਕਰੀ ਜਾ ਰਹੀ ਹੈ, ਪਰ ਉਸ ਮਾਂ ਦਾ ਜਿਹੜਾ ਚਿੱਤ ਹੈ, ਜਿਹੜਾ ਬੱਚਾ ਪੌੜੀ ਵਾਲੇ ਪੰਗੂੜੇ ਵਿੱਚ ਸੁੱਤਾ ਪਿਆ, ਉਹਦੇ ਵਿੱਚ ਹੀ ਹੈ। ਆਹ ਹੈ ਸਿਮਰਨ। ਇਹਨੂੰ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਜੀ, ਇਹ ਸਿਮਰਨ ਦੀ ਅਵਸਥਾ ਕਿਸੇ ਧਰਮ, ਇਹ ਸਿਮਰਨ ਦੀ ਇਹ ਬਖਸ਼ਿਸ਼ ਕਿਸੇ ਵਿਸ਼ਵਾਸ, ਕਿਸੇ ਫੇਥ, ਨਾ ਇਹ ਤੁਹਾਨੂੰ ਤੁਰਾਹ ਦੇ ਵਿੱਚ ਮਿਲੇਗਾ, ਨਾ ਇਹ ਕੁਰਾਨ ਦੇ ਵਿੱਚ ਮਿਲੇਗਾ, ਨਾ ਇਹ ਤੁਹਾਨੂੰ ਓਲਡ ਟੈਸਟਾਮੈਂਟ, ਨਾ ਨਿਊ ਟੈਸਟਾਮੈਂਟ, ਨਾ ਇਹ ਕਿਸੇ ਗ੍ਰੰਥ ਵਿੱਚ ਮਿਲੇਗਾ ਇਹੋ ਜਿਹਾ ਸਿਮਰਨ। ਸਾਰੀ ਜਗ੍ਹਾ ਸਿਮਰਨ ਦੀ ਇੱਕੋ ਇੱਕ ਅਵਸਥਾ ਹੈ ਕਿ ਤਿਆਗੀ ਹੋ ਜਾਓ, ਸਭ ਕੁਝ ਛੱਡ ਦਿਓ, ਪਹਾੜਾਂ ਦੀ ਟੀਸੀਆਂ 'ਤੇ ਬਹਿ ਜਾਓ, ਘਰ-ਬਾਰ ਛੱਡ ਦਿਓ, ਬੋਧੀ ਹੋ ਜਾਓ, ਜੈਨੀ ਹੋ ਜਾਓ, ਜੰਗਮ ਹੋ ਜਾਓ, ਸਰੇਵੜੇ ਹੋ ਜਾਓ, ਸਿੱਧ ਬਣ ਜਾਓ, ਜੋਗੀ ਬਣ ਜਾਓ, ਪਰ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਨੇ ਜਿਹੜਾ ਰਾਜ ਤੇ ਜੋਗ ਇਕੱਠਾ ਦਿੱਤਾ ਹੈ, ਉਹ ਇਹ ਵਾਲਾ ਸਿਮਰਨ ਹੈ ਕਿ ਗੁਰੂ ਕੇ ਸਿੱਖਾ ਤੂੰ ਸਭ ਕੁਝ ਕਰ ਰਿਹਾ, ਤੂੰ ਆਪਣਾ ਗ੍ਰਸਥ ਸਾਂਭ ਰਿਹਾ, ਤੂੰ ਆਪਣਾ ਕਿਰਤ ਸਾਂਭ ਰਿਹਾ, ਪਰ ਨਾਲ ਨਾਲ ਤੂੰ ਉਸ ਗੁਰੂ ਨੂੰ ਚੇਤੇ ਕਰ ਰਿਹਾ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਚੇਤੇ ਕਰਦੀ ਹੈ ਤੇ ਬੱਚਾ ਸੁੱਤਾ ਹੁੰਦਾ, ਉਹਨੂੰ ਉਠਾ ਕੇ ਆਪਣਾ ਸ਼ੀਰ ਅੰਮ੍ਰਿਤ ਪਿਲਾਉਂਦੀ ਹੈ। ਤੇ ਕੋਈ ਸਿਆਣਾ ਪੁੱਛੇ ਕਿ ਤੇਰਾ ਬੱਚਾ ਤੇ ਰੋਇਆ ਨਹੀਂ ਸੀ, ਤੈਨੂੰ ਕਿਵੇਂ ਪਤਾ ਲੱਗਿਆ ਕਿ ਤੂੰ ਤੇ ਉਹਨੂੰ ਜਗਾ ਕੇ ਸ਼ੀਰ ਅੰਮ੍ਰਿਤ ਪਿਲਾਇਆ? ਅਸੀਂ ਤੇ ਸੁਣਿਆ ਸੀ ਬੱਚਾ ਰੋਏ ਤੇ ਤਾਂ ਮਾਂ ਉਹਨੂੰ ਸ਼ੀਰ ਅੰਮ੍ਰਿਤ ਪਿਲਾਉਂਦੀ ਹੈ, ਤਾਂ ਉਹਦੀ ਭੁੱਖ ਪਤਾ ਲੱਗਦੀ ਹੈ ਕਿ ਉਹ ਰੋ ਕੇ ਦੱਸਦਾ ਮੈਂ ਭੁੱਖ ਹਾਂ। ਪਰ ਮਾਂ ਕਹਿੰਦੀ ਹੈ ਇਹ ਮੇਰੇ ਅੰਦਰ ਨਾਲ ਜੁੜਿਆ ਹੈ। ਇਹ ਜ਼ਰੂਰੀ ਨਹੀਂ ਕਿ ਇਹ ਬੱਚਾ ਰੋਏਗਾ ਤੇ ਮੈਨੂੰ ਪਤਾ ਲੱਗੇਗਾ ਕਿ ਇਹਨੂੰ ਭੁੱਖ ਲੱਗੀ ਹੈ। ਮੇਰੇ ਅੰਦਰ ਅਹਿਸਾਸ ਹੁੰਦਾ ਹੈ ਕਿ ਇਹਨੂੰ ਭੁੱਖ ਲੱਗੀ ਹੈ, ਮੈਨੂੰ ਅੰਦਰੋਂ ਚੀਜ਼ ਪੈਂਦੀ ਹੈ, ਮੈਨੂੰ ਅੰਦਰੋਂ ਪਤਾ ਲੱਗਦਾ ਹੈ। ਇਹ ਹੈ ਗੁਰੂ ਕੇ ਸਿੱਖ ਦਾ ਸਿਮਰਨ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਠਾਠਾ ਬਾਗਾ ਹੋਏ, ਪਰ ਗੁਰੂ ਕੇ ਸਿੱਖ ਦੇ ਅੰਦਰੋਂ ਚੀਜ਼ ਪਏ ਕਿ ਗੁਰੂ ਮੈਨੂੰ ਆਵਾਜ਼ਾਂ ਮਾਰ ਰਿਹਾ ਕਿ ਮੇਰੇ ਸਿੱਖਾ ਚੇਤ। ਕਿਉਂਕਿ ਉਸ ਪ੍ਰਭੂ ਨੂੰ ਵਿਸਰ ਜਾਣਾ ਬਹੁਤ ਦੁੱਖ ਹੈ, ਪਰ ਉਹਨੂੰ ਚੇਤੇ ਰੱਖਣਾ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਤੁਸੀਂ ਆਪਣਾ ਸੁਭਾਅ ਕਾਇਮ ਰੱਖੋ ਪ੍ਰਭੂ ਜੀ, ਜੇ ਅਸੀਂ ਵਿਸਰ ਜਾਈਏ ਪਰ ਤੁਸੀਂ ਸਾਨੂੰ ਨਾ ਵਿਸਰੋ, ਤੁਸੀਂ ਸਾਨੂੰ ਚੇਤਾ ਕਰਾਓ, ਤੁਸੀਂ ਸਾਡੇ ਅੰਦਰੋਂ ਪੀੜਾ ਪਾਓ ਕਿ ਰੱਬ ਨੂੰ ਚੇਤਾ ਕਰੀਏ। ਇਸ ਕਰਕੇ ਕਈ ਜਿਹੜੇ ਸੰਤ ਜਨ ਨੇ, ਕਈ ਜਿਹੜੇ ਬੰਦਗੀ ਵਾਲੇ ਨੇ ਨਾ, ਅਸੀਂ ਤੇ ਦੁੱਖ ਆਉਂਦਾ, ਪੀੜਾ ਆਉਂਦਾ, ਰੱਬ ਨੂੰ ਕੋਸਦੇ ਹਾਂ, ਰੱਬ ਨੂੰ ਮਾੜਾ ਆਖਦੇ ਹਾਂ, ਚੌਗਿਰਦੇ ਨੂੰ ਅਸੀਂ ਕਸੂਰਵਾਰ ਕਹਿੰਦੇ ਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਨੂੰ ਕਦੀ ਦੁੱਖ ਆਉਂਦਾ ਤੇ ਉਹ ਰੱਬ ਦਾ ਸ਼ੁਕਰਾਨਾ ਕਰਦੇ ਆ। ਕਿਉਂ? ਕਿਉਂਕਿ ਦੁੱਖ ਦਾਰੂ ਸੁੱਖ ਰੋਗ ਪਿਆ। ਕਿਉਂਕਿ ਸੁੱਖ 'ਚ ਪ੍ਰਭੂ ਅਸੀਂ ਤੈਨੂੰ ਵਿਸਰੀ ਬੈਠੇ ਸੀ। ਇਹਦਾ ਮਤਲਬ ਤੂੰ ਸਾਡੇ 'ਤੇ ਦਇਆਵਾਨ ਹੋਇਆ, ਤੂੰ ਸਾਡੇ 'ਤੇ ਕਿਰਪਾਲੂ ਹੋਇਆ ਤੇ ਸਾਨੂੰ ਦੁੱਖ ਦੇ ਕੇ ਤੂੰ ਆਪਣਾ ਚੇਤਾ ਕਰਾਇਆ, ਤਾਂ ਕਿ ਅਸੀਂ ਪਰਮ ਸੁੱਖ ਦੀ ਅਵਸਥਾ ਨੂੰ ਪ੍ਰਾਪਤ ਕਰ ਸਕੀਏ। ਇਹ ਹੈ ਸਿਮਰਨ। ਇਹਨੂੰ ਸਿਮਰਨ ਕਿਹਾ ਕਿ ਇਹ ਕੋਈ ਖਾਸ ਅਵਸਥਾ ਜਾਂ ਖਾਸ ਸਮੇਂ ਦਾ ਲਖਾਇਕ ਨਹੀਂ ਹੈ। ਇਹਨੂੰ ਗੁਰੂ ਕਾ ਸਿੱਖ ਹਰ ਵੇਲੇ ਕਰ ਰਿਹਾ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਚੈ ਢੀਲਾ। ਇਸ ਸਿਮਰਨ ਨੂੰ ਸਾਜ ਸਾਜ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਇਹਨੂੰ ਸਦਾ ਹੀ ਧਿਆਰਿਆ, ਇਹਨੂੰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕ ਦਮ ਵੀ ਨਹੀਂ ਬਿਰਥਾ ਜਾ ਰਿਹਾ। ਇਹਨੂੰ ਹੀ ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਤੇ ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕੁਦਰਤ ਕੀਮ ਨਾ ਜਾਣੀਆਂ, ਵੱਡਾ ਵੇ ਪ੍ਰਵਾਹ, ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਜੇ ਤੇਰੇ ਅੰਦਰ ਸਵਾਸ ਜਾ ਰਿਹਾ ਤੇ ਸਵਾਸ ਗ੍ਰਾਸ ਤੂੰ ਪ੍ਰਭੂ ਨੂੰ ਚੇਤੇ ਕਰ। ਇਹ ਸਿਮਰਨ ਨੂੰ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ। ਆਸ ਹੈ ਆਪ ਸੰਗਤਾਂ ਨੂੰ ਇਹ ਗੱਲ ਪਕੜ ਆਈ ਹੋਏਗੀ ਕਿ ਸਿਮਰਨ ਹੈ ਕੀ। ਸਿਮਰਨ ਸਦਾ ਹੀ ਹੈ ਗੁਰੂ ਕੇ ਸਿੱਖ ਦਾ, ਦਿਨ ਰਾਤੀ ਸਿਮਰਨ ਹੈ, ਸਦਾ ਹੀ ਚੇਤਾ ਹੈ। ਇਹਨੂੰ ਉਠਤ ਬੈਠਤ ਸੋਵਤ, ਇਹਨੂੰ ਗੁਰੂ ਸਾਹਿਬ ਕਹਿੰਦੇ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਇਹਨੂੰ ਕਿਹਾ
ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਸਾਰੇ ਜਪੋ, ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਫਿਰ ਜਪੋ, ਊਠਤ ਬੈਠਤ ਸੋਵਤ ਜਾਗਤ। ਹੁਣ ਕੋਈ ਵੀ ਅਵਸਥਾ ਇਹਦੇ ਵਿੱਚੋਂ ਬਾਹਰ ਨਹੀਂ ਰਹੀ। 4 ਅਵਸਥਾ ਦੱਸ ਦਿੱਤੀਆਂ, ਉੱਠਦਿਆਂ, ਬਹਿੰਦਿਆਂ, ਸੌਂਦਿਆਂ ਤੇ ਜਾਗਦਿਆਂ। ਇਹਦਾ ਮਤਲਬ ਸੌਂਦਿਆਂ ਵੀ। ਕਿਸੇ ਗ੍ਰੰਥ ਦੇ ਵਿੱਚ ਸੌਣ ਦੇ ਸਿਮਰਨ ਦਾ ਜ਼ਿਕਰ ਨਹੀਂ ਹੈ। ਜਿੰਨਾ ਕੁ ਮੈਂ ਪੜ੍ਹਿਆ, ਮੈਂ ਦਾਵਾ ਨਹੀਂ ਕਰ ਸਕਦਾ, ਗਿਆਨ ਤੇ ਵਿਦਵਤਾ ਦਾ ਕੋਈ ਦਾਵਾ ਨਹੀਂ ਹੈ। ਜਿੰਨਾ ਕੁ ਮੈਂ ਪੜ੍ਹਿਆ, ਕਿਸੇ ਧਰਮ ਦੇ ਵਿੱਚ ਸੌਣ ਦੇ ਸਿਮਰਨ ਬਾਰੇ ਜ਼ਿਕਰ ਨਹੀਂ ਹੈ ਕਿ ਸੌ ਕੇ ਵੀ ਕੋਈ ਸਿਮਰਨ ਕਰ ਸਕਦਾ ਹੈ। ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸੌਂਦੇ ਵਾਹ ਵਾਹ ਉੱਚ ਰਹਿ, ਉੱਠਦੇ ਵੀ ਵਾਹ ਕਰੇ। ਇਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਸੌਂਦਿਆਂ, ਸੌਣ ਲੱਗਿਆਂ ਵੀ ਗੁਰੂ ਕੇ ਸਿੱਖ ਨੂੰ ਕੋਈ ਆਲ ਜੰਜਾਲ ਦੇ ਸੁਫਨੇ ਨਾ ਆਉਂਦੇ ਰਹਿਣ। ਉਹ ਸੁਫਨੇ ਦੇ ਅੰਦਰ ਵੀ ਦੁਖੀ ਨਾ ਹੋਏ, ਕਿਉਂਕਿ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਸਿਰਫ ਔਰ ਸਿਰਫ ਮਾਇਆ ਦੇ ਹੀ ਪ੍ਰਕੋਪ ਦੇ ਵਿੱਚ ਹੈ, ਤੇ ਫਿਰ ਉਹਨੂੰ ਸੁੱਤਿਆਂ ਵੀ ਦੁੱਖ ਹੀ ਮਿਲੇਗਾ, ਸੁਫਨੇ 'ਚ ਵੀ ਸੁੱਖ ਨਹੀਂ ਹੈ। ਖੈਰ ਸੁਲਾ, ਇਹ 4 ਅਵਸਥਾਵਾਂ ਪਰ ਸਾਡਾ ਹਾਲ ਪਤਾ ਕੀ ਹੈ? ਖਾਣਾ ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ। ਬਸ ਇਹ 4 ਚੀਜ਼ਾਂ ਰਹਿ ਗਈਆਂ। ਰੱਬ ਦਾ ਸਿਮਰਨ ਸਭ ਦੇ ਵਿੱਚ, ਨਾ ਖਾਣ ਲੱਗਿਆਂ ਅਸੀਂ ਸ਼ੁਕਰਾਨਾ ਕੀਤਾ, ਨਾ ਪੀਣ ਲੱਗਿਆ ਸ਼ੁਕਰਾਨਾ ਕੀਤਾ, ਨਾ ਹੱਸਣ ਸੁੱਖ ਵੇਲੇ ਸ਼ੁਕਰਾਨਾ ਕੀਤਾ, ਤੇ ਨਾ ਸੌਣ ਵੇਲੇ ਸ਼ੁਕਰਾਨਾ ਕੀਤਾ। ਆਹ ਸਾਡੀ ਹਾਲਤ ਹੈ। ਅੱਗੇ ਅਸੀਂ ਜਾਵਾਂਗੇ ਨਾ, ਜਦ ਅਸੀਂ ਸ਼ਲੋਕ ਤੇ ਪਹੁੰਚਾਂਗੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਤੇ ਉੱਥੇ ਗੁਰੂ ਸਾਹਿਬ ਹਰ ਇੱਕ ਚੀਜ਼ ਲਈ ਪ੍ਰਭੂ ਦਾ ਚੇਤੇ ਕਰਾ ਰਹੇ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ। ਜਿਹੜੇ ਜਿਹਦੀ ਕਿਰਪਾ ਕਰਕੇ ਤੂੰ ਕੱਪੜੇ ਪਾ ਰਿਹਾ, ਤੂੰ ਸੁਗੰਧਿਤ ਲਾ ਰਿਹਾ, ਤੂੰ ਘਰ ਦੇ ਅੰਦਰ ਵਸ ਰਿਹਾ, ਤੂੰ ਤੁਰ ਰਿਹਾ, ਤੂੰ ਬਹਿ ਰਿਹਾ, ਤੂੰ ਉੱਠ ਰਿਹਾ, ਤੂੰ ਲੋਕਾਚਾਰ ਕਰ ਰਿਹਾ, ਤੂੰ ਸਿਸ਼ਟਾਚਾਰ ਕਰ ਰਿਹਾ, ਸ਼ੁਕਰ ਕਰ ਉਸ ਪਰਮਾਤਮਾ ਦਾ, ਤੂੰ ਨਮਸਕਾਰ ਕਰ। ਸੁਖਮਨੀ ਸਾਹਿਬ ਨੂੰ ਸਮਝ ਲੈਣਾ ਕੋਈ ਬਹੁਤ ਵੱਡੀ ਅਵਸਥਾ ਨਹੀਂ ਹੈ। ਮੈਨੂੰ ਖਿਮਾ ਬਖਸ਼ਿਓ, ਸੁਖਮਨੀ ਸਾਹਿਬ ਨੂੰ ਸਮਝਣਾ ਸਿਰਫ ਔਰ ਸਿਰਫ ਇਹ ਸਮਝ ਆਏਗੀ ਕਿ ਸਿਮਰਨ ਕਰਨਾ ਕਿਵੇਂ ਹੈ। ਆਹ ਹੈ ਸੁਖਮਨੀ ਸਾਹਿਬ। ਇਹ ਤੇ ਪਹਿਲੀ ਪੌੜੀ ਹੈ। ਇਹਨੂੰ ਸਮਝ ਕੇ ਇਹੀ ਪਤਾ ਲੱਗੇਗਾ। ਇੰਨਾ ਕੁ ਜਾਣ ਕੇ ਵੀ ਇਹੀ ਜਾਣਿਆ ਜਾਏਗਾ ਕਿ ਹਜੇ ਕੁਛ ਨਹੀਂ। ਬਹੁਤੇ ਬ੍ਰਹਮ ਗਿਆਨੀ ਨਹੀਂ ਬਣ ਜਾਵਾਂਗੇ ਅਸੀਂ, ਜਾਂ ਮੈਂ ਬ੍ਰਹਮ ਗਿਆਨੀ, ਨਾ ਇਹਨੂੰ ਵਿਚਾਰ ਕਰਕੇ ਨਾ ਕੋਈ ਹੋਰ। ਜੇ ਸਤਿਗੁਰ ਬਖਸ਼ਿਸ਼ ਕਰੇ, ਇੱਕ ਖਿੰਚੇ ਕਿਸੇ ਤੇ ਵੀ ਕਿਰਪਾ ਕਰ ਸਕਦਾ ਹੈ ਇਹ ਅਵਸਥਾ। ਪਰ ਬਹੁਤਾ ਦਾਵਾ ਨਹੀਂ ਹੈ। ਬਸ ਇੰਨਾ ਕੁ ਸਮਝ ਆਏਗਾ ਕਿ ਸਤਿਗੁਰ ਜੀ ਇਹ ਸਿਮਰਨ ਕਰਨਾ ਕੀ ਹੈ, ਕਿਵੇਂ ਕਰਨਾ ਹੈ, ਤੇ ਦੂਸਰਾ ਸੁੱਖ ਕਿਹੜਾ ਹੈ। ਹੁਣ ਇਹ ਵਿਸ਼ਾ ਬੜਾ ਵੱਡਾ ਹੈ, ਇਹ ਵੀ ਗੰਭੀਰ ਹੈ। ਅੱਜ ਮੈਂ ਤੁਹਾਡਾ ਸਾਰਾ ਸਮਾਂ ਖਾ ਗਿਆ ਇਸ ਵਿੱਚ ਕਿ ਸਿਮਰਨ ਕੀ ਹੈ। ਕੱਲ੍ਹ ਮੈਨੂੰ ਲੱਗਦਾ ਮੈਂ ਤੁਹਾਡਾ ਹੋਰ ਵੀ ਸਮਾਂ ਖਾ, ਪਰ ਮੈਂ ਬਹੁਤਾ ਡਿਲੇ ਨਹੀਂ ਕਰਾਂਗਾ। ਜਿੰਨਾ ਕੁ ਨਿਯਤ ਸਮਾਂ ਮੇਰੀ ਝੋਲੀ ਪਿਆ, ਉਸ ਨਿਯਤ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਬਾਣੀ ਨੂੰ ਵਿਚਾਰੀਏ। ਜਦ ਅਸੀਂ ਨਿਯਤ ਕਰ ਲੈਂਦੇ ਆ ਤੇ ਫਿਰ ਸਿਆਣਪ ਇਹੀ ਹੈ ਕਿ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਵਿਚਾਰੀਏ। ਹੁਣ ਜਿਹੜੀ ਇਹ ਸੁੱਖ ਦੀ ਵਿਚਾਰ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਿ ਸੁੱਖ ਮਿਲੇਗਾ ਕਿਸ ਰੂਪ ਦੇ ਵਿੱਚ ਮਿਲੇਗਾ, ਇਹਨੂੰ ਵਿਚਾਰੀਏ। ਕਿਹੜਾ ਸੁੱਖ ਹੈ? ਇਹ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਜੇ ਸੁੱਖ ਹੀ ਸੁੱਖ ਹੁੰਦੇ, ਕੋਈ ਤਨ ਦਾ ਸੁੱਖ ਨਹੀਂ ਹੈ, ਕੋਈ ਇਕੱਲਾ ਇਹ ਪਦਾਰਥਾਂ ਦਾ ਸੁੱਖ ਨਹੀਂ ਹੈ, ਕੋਈ ਇਕੱਲੇ ਦਿਸਦੇ ਪਸਾਰ। ਹਾਂ, ਮੰਗਣਾ ਅਸੀਂ ਜੇ ਮੰਗਣਾ ਹੈ ਨਾ, ਤੇ ਸਭ ਕੁਝ ਪ੍ਰਭੂ ਤੋਂ ਹੀ ਮੰਗਣਾ ਹੈ। ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਕਿ ਮਾਣ ਮੰਗੋ, ਤਾਣ ਮੰਗੋ, ਧਨ ਲక్ష్ਮੀ ਸੁੱਤ ਦੇ, ਸਭ ਕੁਝ ਉਸ ਤੋਂ ਹੀ ਮੰਗ ਰਹੇ ਹਾਂ। ਸਭ ਇੱਥੋਂ ਤੱਕ ਕਿ ਭਗਤ ਜੀ ਦੀ ਮੰਗਣ ਦੀ ਡਿਟੇਲਿੰਗ ਦੇਖੋ। ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਇੱਥੋਂ ਤੱਕ ਪਨੀਆਂ ਛਾਦਰ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੈਵੈ ਮੰਗੀ। ਤੇ ਕਬੀਰ ਸਾਹਿਬ ਨੂੰ ਲੋਕੀ ਕਹਿੰਦੇ ਤੂੰ ਲੱਭ ਕਰ ਰਿਹਾ ਮੰਗ ਮੰਗ ਕੇ, ਤੇ ਭਗਤ ਜੀ ਕਹਿੰਦੇ ਇਹ ਨਾ ਸਮਝੋ ਜੇ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਮੰਗ ਲੀਆਂ, ਮੈਂ ਨਾ ਹੀ ਕੀਤਾ ਲੱਭੋ। ਇਹ ਲੋਭ ਨਹੀਂ ਹੈ, ਲਾਲਚ ਨਹੀਂ ਹੈ। ਮੈਨੂੰ ਚਾਹੀਦਾ, ਮੈਂ ਕਿਹਨੂੰ ਮੰਗਾਂਗਾ? ਮੈਂ ਦੁਨੀਆ ਦੇ ਅੱਗੇ ਹੱਥ ਨਹੀਂ ਅੱਡਾਂਗਾ, ਮੈਂ ਆਪਣੇ ਖਸਮ ਪ੍ਰਭੂ ਅੱਗੇ ਉਹਨੂੰ ਹੀ ਕਵਾਂਗਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਨੂੰ ਤੇਰਾ ਨਾਮ ਚੰਗਾ ਲੱਗਦਾ ਹੈ। ਤੇਰੇ ਨਾਮ ਨੂੰ ਜਪਣ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਮੈਨੂੰ ਲੋੜੀਂਦੀਆਂ ਨੇ, ਮੈਂ ਤੇ ਪ੍ਰਭੂ ਤੇਰੇ ਤੋਂ ਉਹ ਮੰਗ ਰਿਹਾ। ਮੈਨੂੰ ਪਤਾ ਤ੍ਰਿਸ਼ਨਾ ਦਾ ਅੰਤ ਨਹੀਂ ਹੈ। ਮੈਂ ਕੋਈ ਤ੍ਰਿਸ਼ਨਾ ਦੇ ਖੂਹ ਦੇ ਵਿੱਚ ਨਹੀਂ ਡਿੱਗ ਗਿਆ। ਮੈਂ ਤੇ ਸਿਰਫ ਉਹ ਚੀਜ਼ਾਂ ਮੰਗ ਰਿਹਾ ਪ੍ਰਭੂ ਜਿਹੜੀ ਮੈਨੂੰ ਚਾਹੀਦੀ, ਜਿਹੜੀ ਘੱਟੋ ਘੱਟ ਮੇਰੇ ਤਨ ਨੂੰ ਇੱਕ ਖਾਸ ਕਿਸਮ ਦਾ ਆਰਾਮ ਦੇ ਸਕੇ, ਜਿਹਦੇ ਵਿੱਚ ਮੈਂ ਤੈਨੂੰ ਬੇਫਿਕਰੀ ਦੇ ਵਿੱਚ ਚੇਤੇ ਕਰ ਸਕਾਂ।
ਇਹ ਇਕੱਲਾ ਸੁੱਖ ਹੀ ਨਹੀਂ ਹੈ। ਜੇ ਸੁੱਖ ਹੁੰਦਾ ਫਿਰ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਕਿਉਂ ਬਹਿਣਾ ਪੈਂਦਾ। ਅਸਲ ਦੇ ਵਿੱਚ ਗੁਰੂ ਸਾਹਿਬ ਐਸਾ ਸੁੱਖ ਦ੍ਰਿੜ ਕਰਾਉਣਗੇ ਕਿ ਜੇ ਤੱਤੀ ਤਵੀ ਵਾਲਾ ਵੀ ਦੁੱਖ ਆ ਜਾਏ ਤੇ ਮਨ ਇੰਨਾ ਨਿਰਭਉ ਤੇ ਨਿਰਵੈਰ ਹੋਏ, ਤੱਤੀ ਤਵੀ ਤੇ ਬੈਠ ਕੇ ਵੀ ਉਹ ਗੁਰੂ ਕੇ ਸ਼ਬਦ ਨੂੰ ਉਚਾਰੇ, ਤੇਰਾ ਕੀਆ ਮੀਠਾ लागै ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਦੁੱਖ ਦੇ ਵਿੱਚ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਦਿਆਲੇ। ਉਹ ਗੁਰੂ ਚੇਤਾ ਰਹੇ, ਉਹ ਸੁੱਖ ਹੈ। ਇਹਦਾ ਮਤਲਬ ਸੁੱਖ ਉਹ ਹੈ ਕਿ ਸਦਾ ਗੁਰੂ ਦਾ ਸਿਮਰਨ ਹੀ ਵੱਡਾ ਸੁੱਖ ਹੈ, ਕਿ ਇਹ ਕੋਈ ਸੁੱਖ ਬਾਹਰੋਂ ਨਹੀਂ ਮਿਲਣਾ, ਇਹ ਸੁੱਖ ਸਿਮਰਨ ਦੇ ਵਿੱਚ ਹੀ ਪਿਆ ਹੋਇਆ। ਪਰ ਇਹ ਐਸਾ ਸੁੱਖ ਹੈ, ਜੇ ਦੁੱਖ ਦੇ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਏ। ਇਹ ਦੁੱਖ ਵਿੱਚ ਸੂਖ ਵਾਲਾ ਸਿੱਖ ਸੁੱਖ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਇਹ ਹੈ ਸਿਮਰਨ ਦਾ ਸੁੱਖ। ਕਲ ਕਲੇਸ਼ ਤਨ ਮਾਹੇ ਮਿਟਾਵੋ। ਬਾਣੀ ਦੀ ਬਖਸ਼ਿਸ਼ ਐਸੀ ਹੈ, ਬਾਣੀ ਆਪਣੇ ਆਪ ਦੇ ਵਿੱਚ ਬ੍ਰਹਮ ਗਿਆਨ ਹੈ। ਬਾਣੀ ਕੋਈ ਕਾਵਕ ਰਚਨਾ ਨਹੀਂ ਹੈ, ਬਾਣੀ ਕੋਈ ਦੁਨੀਆ ਦੀ ਮਹਿਮਾ ਨਹੀਂ, ਕੋਈ ਦੇਵਲੋਕ ਦੀ ਜਾਂ ਕਿਸੇ ਹੋਰ ਦੀ ਮਹਿਮਾ ਨਹੀਂ ਹੈ ਜਿਹੜੀ ਬਾਕੀ ਗ੍ਰੰਥ ਪਈ ਹੋਏ। ਇਹ ਖਸਮ ਦੀ ਬਾਣੀ ਹੈ, ਇਹ ਬ੍ਰਹਮ ਦਾ ਸ਼ਬਦ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਜਿੱਥੇ ਆਈ ਹੈ ਉੱਥੇ ਸੁਰਤ ਨੂੰ ਲੈ ਕੇ ਜਾਣ ਵਾਲੀ ਹੈ। ਭਾਵੇਂ ਇਹਨੂੰ ਗਾਣਾ ਨਾ ਆਉਂਦਾ ਹੋਏ, ਭਾਵੇਂ ਰੀਤਾਂ ਨਾ ਆਉਂਦੀਆਂ ਹੋਣ, ਭਾਵੇਂ ਰਾਗ ਦੀ ਕੋਈ ਸੋਝੀ ਨਾ ਹੋਏ, ਬਾਣੀ ਦਾ ਇੱਕ ਇੱਕ ਅੱਖਰ ਆਪਣੇ ਆਪ ਦੇ ਵਿੱਚ ਹੀਲਿੰਗ, ਆਪਣੇ ਆਪ ਦੇ ਵਿੱਚ ਸੁੱਖਾਂ ਦਾ ਖਜ਼ਾਨਾ ਰੱਖਦਾ, ਹੀਲਿੰਗ ਪਾਵਰ ਰੱਖਦਾ ਇਹ ਸ਼ਬਦ। ਇੱਕ ਇੱਕ ਅੱਖਰ ਜੇ ਕੋਈ ਉਸ ਅਵਸਥਾ ਦੇ ਵਿੱਚ ਵਿਚਾਰ ਸਕੇ, ਇਹਨੂੰ ਸਤਿਗੁਰੂ ਜੀ ਕਹਿੰਦੇ ਆ ਕਿ ਜੇ ਇਸ ਬਾਣੀ ਨੂੰ ਸਿਮਰਨ ਨੂੰ ਕਰਾਂਗੇ, ਕੱਲ ਕਲੇਸ਼, ਜਿਹਨੂੰ ਆਪਾਂ ਕਲਹਾ ਕਲੇਸ਼ ਕਹਿੰਦੇ ਆ, ਕੱਲ ਦਾ ਮਤਲਬ ਹੈ ਝਗੜੇ ਮਨ ਦੇ ਕਲੇਸ਼, ਐਂ ਕਰ ਲਾਂ ਉਹ ਕਰ ਲਾਂ, ਤਾਣੇ ਪੇਟੇ ਮਨ ਦੇ, ਹਾਏ ਇਹ ਕਿਵੇਂ ਹੋਏਗਾ, ਹਾਏ ਇਹ ਕਿਵੇਂ ਹੋਏਗਾ। ਇੱਕ ਮਨ ਕੁਝ ਕਹਿੰਦਾ, ਦੂਸਰਾ ਮਨ ਕੁਝ ਕਹਿੰਦਾ। ਇਹ ਜਿਹੜੇ ਮਨ ਦੇ ਕਲੇਸ਼ ਨੇ ਇਹ ਖਤਮ ਹੋ ਜਾਣਗੇ। ਕੱਲ ਕਲੇਸ਼ ਤਨ ਮਾਹੇ ਮਿਟਾਵੋ। ਅੱਗੇ ਜਾ ਕੇ ਸਾਰੇ ਕਲੇਸ਼ਾਂ ਨੂੰ ਸਤਿਗੁਰੂ ਜੀ ਨੇ ਇੱਥੋਂ ਤੱਕ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੈ ਜਾਕੀ ਪ੍ਰਭ ਆਗੇ ਅਰਦਾਸ। ਇਹ ਵੀ ਕਿਹਾ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸਵੰਬਰ ਇੱਕ ਹੈ, ਜਿਸ ਦਾ ਸਿਮਰਨ ਵਿਸ਼ਵ ਭਰ, ਵਿਸੰਬਰ ਜਿਹੜਾ ਲਫ਼ਜ਼ ਬਣਿਆ ਵਿਸ਼ਵ ਭਰ ਤੋਂ ਬਣਿਆ, ਭਾਵ ਉਸ ਜਗਤ ਦੇ ਪ੍ਰਤਪਾਲਕ ਦਾ, ਜਗਤ ਪਾਲਕ ਦਾ, ਜਿਸ ਦਾ ਨਾਮ ਜਗਤ ਦਾ ਪਾਲਕ ਹੈ, ਜਿਹੜਾ ਵਿਸ਼ਵੰਬਰ ਹੈ, ਇੱਕੋ ਹੀ ਹੈ, ਉਹਨੂੰ ਸਿਮਰ ਤੂੰ, ਉਸ ਤੋਂ ਬਿਨਾਂ ਕਿਸੇ ਨੂੰ ਨਾ ਸਿਮਰ। ਕੇਵਲ ਜਗਤ ਨੂੰ ਭਰਨ ਵਾਲੇ ਦੇ ਜਸ ਨੂੰ, ਜਿਹੜਾ ਸਭ ਕੁਝ ਦੇਣ ਵਾਲਾ ਹੈ, ਜਿਹੜਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਉਹਨੂੰ ਚੇਤੇ ਕਰ। ਸਿਮਰੋ ਜਾਸ, ਜਾਸ ਕਹਿੰਦੇ ਜਿਸ, ਉਹਨੂੰ। ਵਿਸਵੰਬਰ ਇੱਕ ਹੈ ਜਿਹੜਾ ਸਭ ਨੂੰ ਦੇਣ ਵਾਲਾ, ਜਗਤ ਭਰ ਨੂੰ ਦੇਣ ਵਾਲਾ, ਵਿਸ਼ਵ ਨੂੰ ਭਰਨ ਵਾਲਾ। ਨਾਮ ਜਪਤ ਅਗਨਤ ਅਨੇਕ ਹੈ। ਅਗਨਤ ਨਹੀਂ ਪੜ੍ਹਨਾ ਇਹਨੂੰ, ਅਗਨਤ ਕਹਿੰਦੇ ਜਿਹਦਾ ਬੇਗਿਣਤ, ਜਿਹਦਾ ਅੰਤ ਨਹੀਂ ਹੈ, ਉਹਦੇ ਅਨੇਕਾਂ ਨਾਮ ਨੂੰ ਉਚਾਰ ਰਿਹਾ। ਨਾਮ ਜਪਤ, ਉਹਦਾ ਨਾਮ ਅਨੇਕਾਂ ਹੀ ਅਨੇਕ ਨੇ, ਜਿਹਦਾ ਅੰਤ ਨਹੀਂ ਹੈ। ਇਹਨੂੰ ਅਸੀਂ ਹੁਣੇ ਵਿਚਾਰਿਆ ਕਿ ਇੱਕ ਦੂ ਜੀਪੋ ਲੱਖ ਹੋਵੇਂ, ਲੱਖ ਹੋਵੇਂ ਲਖ ਵੀਸ, ਲੱਖ ਲੱਖ ਕਿਹੜਾ ਆਖੀਆਂ ਏਕ ਨਾਮ ਜਗਦੀਸ਼। ਕਹਿੰਦੇ ਜੇ ਇੱਕ ਜੀਵ ਹੋਏ, ਇੱਕ ਦੀ 20 ਲੱਖ ਹੋ ਜਾਏ, ਇੱਕ ਦੂ ਜੀਵੋ ਲੱਖ ਹੋਏ, ਇੱਕ ਦੀ ਲੱਖ ਹੋ ਜਾਏ, ਲੱਖ ਤੋਂ 20 ਲੱਖ ਹੋ ਜਾਏ, ਲੱਖ ਹੋਵੇ ਲਖ ਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। 20 ਲੱਖ ਜੀਵਾਂ, 20 ਲੱਖ ਜ਼ੁਬਾਨ, ਤੇ ਇੱਕ ਇੱਕ ਜ਼ੁਬਾਨ ਇੱਕ ਇੱਕ ਲੱਖ ਵਾਰੀ ਉਹਦਾ ਨਾਮ ਲੇ, ਤਾਂ ਵੀ ਸਤਿਗੁਰੂ ਜੀ ਕਹਿੰਦੇ ਉਹਦਾ ਅੰਤ ਨਹੀਂ ਪਾ ਸਕਦਾ ਕੋਈ। ਪਰ ਹਾਂ, ਸਿਮਰਨ ਕਰਦੇ ਕਰਦੇ, ਉਹਦੇ ਨਾਮਾਂ ਨੂੰ ਜਪਦੇ ਜਪਦੇ, ਏਤ ਰਾਹ ਪਤ ਪਵੜੀਆਂ ਚੜੀਐ ਹੋਏ ਇੱਕ ਈਸ। ਇੱਕ ਈਸ਼ ਦਾ ਮਤਲਬ ਇਸ ਰਾਹ ਦੇ, ਇਸ ਪੌੜੀਆਂ ਤੇ ਤੁਸੀਂ ਤੁਰਦੇ ਤੁਰਦੇ ਇੱਕ ਦੇ ਵਰਗੇ ਹੀ ਹੋ ਜਾਓਗੇ। ਤੁਸੀਂ ਜੇ ਇਹਨੂੰ ਹੋਰ ਵਿਸਤਾਰ ਤੇ ਸਰਵਣ ਕਰਨਾ ਚਾਹੁੰਦੇ ਹੋ, ਪਿਛਲੇ ਦਿਨਾਂ ਦੇ ਵਿੱਚ ਅਸੀਂ ਕੁਆਰੰਟਾਈਨ ਸੈਸ਼ਨ ਜਪਜੀ ਸਾਹਿਬ ਦੀ ਸਾਰੀ ਕਥਾ ਕੀਤੀ ਹੈ, ਉਹ ਮੇਰੇ YouTube ਚੈਨਲ ਡਾਕਟਰ ਮਨਪ੍ਰੀਤ ਸਿੰਘ ਤੇ ਪਈ ਹੈ, ਤੁਸੀਂ ਉੱਥੇ ਸਰਵਣ ਕਰ ਸਕਦੇ ਹੋ। ਉਹਦੇ ਵਿੱਚ ਕੁਆਰੰਟਾਈਨ ਸੈਸ਼ਨ ਪਹਿਲੇ ਦਿਨ ਤੋਂ ਲੈ ਕੇ ਅਸੀਂ 22ਵੇਂ ਦਿਨ ਤੱਕ ਜਪਜੀ ਸਾਹਿਬ ਦੀ ਇਹ ਵਿਚਾਰ ਕੀਤੀ ਹੈ। ਖੈਰ ਸੁਲਾ ਕਿ ਜੇ ਸਿਮਰਨ ਕਰਨਾ ਤੇ ਫਿਰ ਨਾਮ ਜਪਤ ਅਗਨਤ ਅਨੇਕ ਹੈ। ਉਹਦੇ ਨਾਮ ਬਹੁਤ ਨੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ।
अंत नहीं पाया जा सकता। वेद पुराण सिमृत सुदाक्षर, इनू सिमृत पढ़ना, सिमरत नहीं पढ़ना। मैं सुनिया उस दिन कई गलतियां सी साडे, पर कोई गल नहीं, जे पढ़ांगे तो गलती होएगी। इवें नहीं डरना नहीं है बाणी पढ़न लग्या लै असी गलत ना पढ़ दईए। कईयां नूं मैं पुछया क्यों नहीं करते, लै जी भाई साहब जी, डॉक्टर साहब जी, सानू पढ़नी नहीं आती इसलिए असी नहीं पढ़ते। मैं हद हो गई। कहते नहीं जी सानू डर लगता कितने गलत ना पढ़ दईए, एवें पुण्य की जगह पाप ही ना कर बैठीए। नहीं भाई, गलती उस वेले होएगी जे काम किया जाएगा। जे गलती नहीं हो रही तो यदा मतलब वो काम भी नहीं हो रहा। जे काम होएगा तो गलती होएगी, बाणी पढ़ी जाएगी तो गलती। कौन ये शुद्ध तो कोई भी नहीं पढ़ सकता, दावा कोई भी नहीं है, पर हाँ यतन किया जा सकता जो असी देख के पढ़ रहे हैं उसका उच्चारण शुद्ध करिए। वेद पुराण सिमृत सुदाक्षर, सुदाक्षर का मतलब शुद्ध अखर, पवित्र लफ्ज़, पवित्र अखर वाले। वेद पुराण, वेद 4 वेद ने जी, जिन्हों आप ऋग्वेद, यजुर्वेद, अथुर्वेद, शामवेद 4 वेद ने। पुराण 18 पुराण ने। सिमृत 24 सिमृतियां ने। सुदाक्षर उन्हां दे अंदर भी जे किथे प्रभु दे सिमरन का जिक्र किया कर्म कांड नूं छड्ड के, ते गुरु साहब कहते जेड़ा कर्म कांड है उन्होंने छड्ड दो। जे किथे प्रभु की सिमरन की गल आई है ना, जिथे 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 भी लिखिया होए, भावें वेद विच, भावें पुराण च, भावें सिमरत किसी दे विच भी लिखिया होए, जिथे आया होए कि प्रभु का सिमरन करो, गुरु अर्जुन साहब जी कहते वो शुद्ध अखर है, वो पवित्र लफ्ज़ ने। उन्हां गल्लां नूं मन्नो। वेदा मह नाम उत्तम सो सुनै नाही, फिर हैं जो बेतालिया। वेद पुराण सिमरत सुदाक्षर, खखे दे पैर च यैया पिया होया, हाहा नहीं पिया होया। ध्यान नाल देखो तुसीं गुटके च सिमृत सुदाक्षर, सुदाखर नहीं पढ़ना, सुदाक्षर। देखोगे इहदे विच हल्का जा ऐड़ा आएगा, सुधा, ये लफ्ज़ है शुद्ध अक्षर, सुदाक्षर। इनू सुदाक्षर पढ़ो जी। वेद पुराण सिमरत सुदाक्षर, कीने राम नाम एक आखर, आखर लफ्ज़ पढ़ना है। प्रभु दे नाम दे इक्को अखर दियां रचना ने, ये जिन्ने भी ने, जिथे जिदे विच भी प्रभु का ये विच जे आया ना सिमरन बाबत, जिथे भी एम्फेसिस किया इन्हां वेद पुराण सिमरत दे विच, इन्हां दे लफ्ज़ां दे विच, वो समझो कि सिर्फ वो एक रब नूं, रब दे उस परम नाम नूं ही, उस ओनूं ही विचारण वास्ते, उस अकाल पुरख दे अखर, उस नाम नूं ही विचारण वास्ते वो एम्फेसिस कर रहा। कीने राम नाम एक आखर, किनका एक जिस जी बसावै। जो वाहिगुरु जी दे नाम नूं एक भोरा पर भी अपने हिरदे विच टिका ले, वसा ले। किनका एक जिस जी बसावै, बहुता नहीं वसाया जा सकता, अनेक ही ने, अंत ही नहीं कोई पारावार। किन्हीं तेरा अंत ना पाया। दर्शन देखा थी सुध की ना सुध रही, बुद्ध की ना बुद्ध रही, मत में ना मत है, सुरत में ना सुरत हो, ध्यान में ना ध्यान रहे हो, ज्ञान में ना ज्ञान रहे हो, गत में ना गत है। इत्थों तक धीरज को धीरज गए हो, रत में ना रत रही, पत रत पत है, अद बुद्ध परमत बुद्ध, बिस्म बिस्म, आश्चर्य आश्चर्य, अत अत है। अंत नहीं पाया जा सकता। पर जे किनका इस समुद्र विचों एक बूंद भी वस जाए, किनका एक जिस जी बसावै, ताकि महिमा गनी ना आवे, फिर ओदी महिमा नूं कोई विचार नहीं सकता। एक तो रब दी महिमा, सिमरत वेद पुराण भी नहीं गा सकते, तो जिन्हें उस नाम नूं, रब दे नाम नूं एक किनका वसा लिया, फिर ओदी महिमा भी उच्ची होगी। जिस नीच को कोई ना जाने, नाम जपत ओह चौंकुंठ मानै, चौंकुंठ मानै। गोबिंद 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 संग, नाम देओ मन लीना, आड दाम को छीपरो होयो लाखीना, ताकि महिमा गनी ना आवे। कांखी एक है दर्श तुहारो, कांखी का मतलब चाहवान, कांखी का मतलब होंदा जिदे अंदर नाम जपण दी, प्रभु के दर्शनां दी तलब पैदा हो गई है, भुख पैदा हो गई है। हजे भुख नहीं पैदा होई। जिन्ना चिर तक भुख ना होए फिर भोजन स्वाद नहीं लगता, जिन्ना मर्जी स्वादिष्ट बनया होए। जिन्ना चिर तक प्रभु प्राप्ति की भुख ना होए, फिर प्रभु के मार्ग ते तुरना फिर वो बद्दा चट्टी होंदा है, फिर प्यार नहीं होंदा। गुरु अर्जुन साहब कहते सिमरन वास्ते प्यास जागनी चाहिए। ये प्यास, ये भुख पैदा होए। साचे नाम की लागै भूख, सारे जपो जी, साचे नाम की लागै भूख। जे सच्चे नाम की किसी नूं भुख लग जाए, हजे भोजन प्राप्ति नहीं हुई प्रभु के नाम की, पर सतगुरु जी कहते जे भुख लग गई ना, सुनो फिर की होंदा।
हजे भुख ही लगी है। साचे नाम की लागे भूख, उत भूखै खाए चली है दुख। हजे इस भुख की ही तलब पैदा हुई है, हजे प्राप्ति कुछ नहीं हुई है। भुख पैदा होगी, गुरु साहब कहते तुहाडे दुख जाने शुरू हो जाएंगे। ये वादा करते गुरु साहब कि तुसी दुख विसरने शुरू हो जाओगे। साचे नाम की लागै भूख, उत भूखै खाए चली है दुख, कि भुख दे नाल ही दुख खत्म हो रहा। इस करके गुरु साहब कहते कांखी एक है दर्श तुहारो, कहते जेड़े केवल तेरे दीदार दे चाहवान ने ना प्रभु जी, जिन्हां दे अंदर दरस तेरे की प्यास मन लागी, जिन्हां दे अंदर प्यास है। कल भी विचारिया सी धन गुरु अंगद साहब महाराज जी दे बाबत ये सवैया, सू कहो टल गुर सेविया, एहन सहज सुभाए, दर्शन परसिया गुरु कै, जन्म मरण दुख जाए। गुरु के दर्शनां की प्यास जन्म ते मरण के दुख मिठा के रखती है। कांखी एक है दर्श तुहारो, जिन्हां दे अंदर प्यास है, नानक उन संग मोहे उधारो। सच्चे पातशाह जी, नानक दा कक्का मुक्ता है, ना सिहारी है ते ना औंकड़ है। इहदा मतलब सानू भी उन्हां प्यारियां दे नाल तार दो, उन्हां नाल रख दो, उन्हां दी संगत बख्श दो कि जिन्हां ने ध्याया है। नानक धूड़ मंगै तिस गुरसिख की, जो आप जपै है अवरह नाम जपावै, नानक उन संग मोहे उधारो। हे स्वामी वाहिगुरु सच्चे पातशाह जी, मैनू भी उन्हां दी संगत बख्शो, ताकि मेरा भी उन्हां दी संगत, उन्हां दी सोहबत दे विच, उन्हां दी रहनुमाई दे विच पार उतारा हो जाए। सो अज दा सैशन इत्थे ही मैं संकोचांगा। विचार करदियां होइयां बेअंत प्रकार दीयां भुल्लां गलतियां आप बख्श देना जिथे। धन्नवाद है जी। मैं सारियां तो इजाज़त चाहुंदा, सारियां दा धन्नवाद है जी। फतेह बुलाओ जी। वाहिगुरू जी का खालसा, वाहिगुरू जी की फतेह।